ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਲੋਕ 12 ਤੇ ਵਧੇਕ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੇ ਵਿੱਚ ਅਸੀਂ ਸ਼ਲੋਕ ਨੰਬਰ 13 ਤੱਕ ਦੀ ਵਿਚਾਰ ਪਿਛਲੀ ਕਲਾਸ ਵਿੱਚ ਸੰਪੂਰਨ ਕੀਤੀ ਸੀ। ਅੱਜ ਸ਼ਲੋਕ ਨੰਬਰ 14 ਤੋਂ ਅੱਗੇ ਲੜੀ ਨੂੰ ਕੰਟੀਨਿਊ ਕਰਾਂਗੇ। ਸ਼ਲੋਕ ਨੰਬਰ 14 ਦਾ ਪਹਿਲੇ ਪਾਠ ਕਰ ਲੈਂਦੇ ਹਾਂ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਗੁਰਮੁਖ ਹੋਵੈ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਗੁਰਮੁਖ ਅੱਖੇ ਨੂੰ ਸਿਆਰੀ ਦੇ ਨਾਲ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ। तो पहली पंक्ति ਵਿੱਚ ਹੀ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਗੁਰਮੁਖ ਹੱਸੈ ਗੁਰਮੁਖ ਰੋਵੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਕਦੀ ਹੱਸਦਾ ਹੈ ਕਦੀ ਰੋਂਦਾ ਹੈ। ਆਖਰੀ ਅਰਥ ਤਾਂ ਇਸ ਪੰਕਤੀ ਦੇ ਇਵੇਂ ਹੀ ਬਣਦੇ ਹਨ। ਕਿਉਂ ਹੱਸਦਾ ਹੈ ਕਿਉਂ ਰੋਂਦਾ ਹੈ, ਇਹ ਸਭ ਕੁਝ ਉਹ ਗੁਰੂ ਦੇ ਭਾਣੇ ਦੇ ਵਿੱਚ ਹੀ ਕਰਦਾ ਹੈ। ਜਿਵੇਂ ਆਸਾ ਕੀ ਵਾਰ ਦੇ ਅੰਦਰ ਪੰਕਤੀ ਆਉਂਦੀ ਹੈ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਹੀਂ ਕਿਸੈ ਕੇਰੀ ਬਾਝ ਸੱਚੇ ਨਾ। ਉੱਥੇ ਵੀ ਗੁਰੂ ਦੇ ਭਾਣੇ ਦੇ ਵਿੱਚ ਚੱਲਣ ਵਾਲੇ ਮਨੁੱਖਾਂ ਦੀ ਗੱਲ ਕੀਤੀ ਗਈ ਹੈ ਕਿ ਉਹ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਕਦੀ ਹੱਸ ਪੈਂਦੇ ਹਨ, ਪ੍ਰਭੂ ਦੇ ਪਿਆਰ ਦੇ ਵਿੱਚ ਹੀ ਕਦੀ ਰੋ ਪੈਂਦੇ ਹਨ, ਕਦੀ ਪ੍ਰਭੂ ਦੇ ਪਿਆਰ ਵਿੱਚ ਹੀ ਚੁੱਪ ਕਰ ਜਾਂਦੇ ਹਨ। ਉਹ ਸਿਵਾਏ ਉਸ ਸੱਚੇ ਮਾਲਕ ਦੇ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਥੇ ਵੀ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਇਨਸਾਨ ਹੈ ਉਹਦੇ ਹਿਰਦੇ ਦੇ ਅੰਦਰ ਵੀ ਜਦੋਂ ਭਗਤੀ ਅਤੇ ਆਤਮਿਕ ਆਨੰਦ ਦੀ ਅਵਸਥਾ ਬਣਦੀ ਹੈ ਤੇ ਉਹ ਖੇੜੇ ਵਿੱਚ ਹੁੰਦਾ ਹੈ ਤਾਂ ਉਹਦੇ ਚਿਹਰੇ ਤੋਂ ਹੀ ਹਾਸਾ ਔਰ ਮੁਸਕਰਾਹਟ ਖੁਸ਼ੀ ਝਲਕਦੀ ਹੈ। ਕਦੀ ਬਿਰਹਾ ਦੇ ਭਗਤੀ ਰਸ ਦੇ ਵਿੱਚ ਆ ਕੇ ਉਹਦੇ ਮਨ ਦੇ ਅੰਦਰ ਵੈਰਾਗ ਦੀ ਭਾਵਨਾ ਵੀ ਆ ਜਾਂਦੀ ਹੈ। ਜਦੋਂ ਉਹਨੂੰ ਆਪਣੇ ਅੰਦਰੋਂ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਹਦੀ ਸੁਰਤ ਪ੍ਰਭੂ ਨਾਲੋਂ ਕੁਝ ਸਮੇਂ ਵਾਸਤੇ ਟੁੱਟ ਗਈ ਹੈ, ਵਿਛੋੜੇ ਦੀ ਭਾਵਨਾ ਅੰਦਰ ਆ ਜਾਂਦੀ ਹੈ, ਤਾਂ ਉਹਦੇ ਅੰਦਰ ਵਿਛੋੜੇ ਦੇ ਕਰਕੇ ਬਿਰਹਾ ਦੀ ਤੜਪ, ਵਿਛੋੜੇ ਦਾ ਅਹਿਸਾਸ ਪ੍ਰਗਟ ਹੋ ਜਾਂਦਾ ਹੈ ਤੇ ਉਹਦੇ ਕਰਕੇ ਉਹਦੇ ਅੰਦਰ ਵੈਰਾਗ ਦੀ ਭਾਵਨਾ ਵੀ ਆ ਜਾਂਦੀ ਹੈ ਜੋ ਉਹਦੇ ਚਿਹਰੇ ਤੋਂ ਵੀ ਪ੍ਰਗਟ ਹੁੰਦੀ ਹੈ। ਸੋ ਪ੍ਰਭੂ ਦੀ ਯਾਦ ਵਿੱਚ ਹੀ ਗੁਰਮੁਖ ਹੱਸਦਾ ਹੈ, ਪ੍ਰਭੂ ਦੀ ਯਾਦ ਵਿੱਚ ਹੀ ਗੁਰਮੁਖ ਰੋਂਦਾ ਹੈ। ਸੋ ਇਹ ਇਸ ਪੰਕਤੀ ਦਾ ਭਾਵ ਅਰਥ ਬਿਲਕੁਲ ਉਸੇ ਆਸਾ ਕੀ ਵਾਰ ਦੇ ਜੋ ਸ਼ਲੋਕ ਦੇ ਅੰਦਰ ਗੱਲ ਸਮਝਾਈ ਗਈ ਹੈ ਉਸੇ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ ਕਿ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ, ਕਿਸੇ ਦੀ ਪਰਵਾਹ ਨਹੀਂ ਕਰਦੇ ਹੋਰ, ਬਾਝ ਸੱਚੇ ਨਾ। ਨਾ ਨਾਥ ਮਾਲਕ ਖਸਮ, ਸੱਚੇ ਮਾਲਕ ਤੋਂ ਬਿਨਾ ਉਹ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਉਸੇ ਦੇ ਪਿਆਰ ਦੇ ਵਿੱਚ ਹੀ ਕਦੀ ਹੱਸ ਪੈਂਦੇ ਹਨ, ਕਦੀ ਰੋ ਪੈਂਦੇ ਹਨ, ਕਦੀ ਚੁੱਪ ਵੀ ਕਰ ਜਾਂਦੇ ਹਨ। ਉਹੀ ਗੱਲ ਇੱਥੇ ਵੀ ਗੁਰੂ ਸਾਹਿਬ ਫਰਮਾ ਰਹੇ ਹਨ, ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਸਾਈ ਭਗਤ ਹੋਵੈ ਉਹੀ ਭਗਤੀ ਹੁੰਦੀ ਹੈ ਜਿਹੜੀ ਜੇ ਗੁਰਮੁਖ ਕਰੇ। ਜਿਹੜੀ ਗੁਰੂ ਦੇ ਸਨਮੁਖ ਰਹਿਣ ਵਾਲਾ ਇਨਸਾਨ, ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੇ ਹੁਕਮ ਦੀ ਕਮਾਈ ਕਰਨ ਵਾਲਾ ਕਰਦਾ ਹੈ। ਅਸਲ ਭਗਤੀ ਉਹੀ ਹੁੰਦੀ ਹੈ ਜਿਹੜਾ ਇਨਸਾਨ ਗੁਰੂ ਦੀ ਆਗਿਆ ਦੇ ਅਨੁਸਾਰ, ਗੁਰੂ ਦੀ ਗਾਈਡੈਂਸ, ਗੁਰੂ ਦੀ ਸਿੱਖਿਆ ਦੇ ਅਨੁਸਾਰ ਭਗਤੀ ਰਸ ਵਿੱਚ ਜੁੜਦਾ ਹੈ। ਅਸਲ ਭਗਤੀ ਉਹੀ ਹੁੰਦੀ ਹੈ। ਸੋ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਤਾਂ ਭਾਵ ਹੈ ਕਿ ਉਹੀ ਅਸਲੀ ਭਗਤੀ ਹੈ ਜਿਹੜੀ ਗੁਰੂ ਦੇ ਸਨਮੁਖ ਰਹਿਣ ਵਾਲਾ ਇਨਸਾਨ ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਕਰਦਾ ਹੈ।
गुरमुख होवे सो करे विचार, गुरमुख नानक पावे पार। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ, ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਗੁਰੂ ਦੀ ਯਾਦ ਨੂੰ, ਗੁਰੂ ਦੇ ਉਪਦੇਸ਼ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਵਸਾਈ ਰੱਖਦਾ ਹੈ। ਉਸੇ ਉਪਦੇਸ਼ ਦੀ ਹੀ ਵਿਚਾਰ ਕਰਦਾ ਹੈ, ਉਹਦੇ ਉੱਤੇ ਹੀ ਧਿਆਨ ਰੱਖਦਾ ਹੈ ਤੇ ਇਸ ਤਰੀਕੇ ਦੇ ਨਾਲ ਉਹ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਤਰੀਕਾ ਲੱਭ ਲੈਂਦਾ ਹੈ। ਉਹਨੂੰ ਉਹ ਜੁਗਤੀ, ਉਹ ਢੰਗ ਲੱਭ ਪੈਂਦਾ ਹੈ ਜਿਹਦੇ ਰਾਹੀਂ ਇਸ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। तो ये संसार सागर तो पार होने का ये जो फ्रेज है, ये गुरबाणी में अनेकों बारी वरतों च आया है। हर बारी असी यही गल करते हाँ कि ये संसार सागर केड़ा है, ये कोई फिजिकल स्थूल समुंदर नहीं है, ये साडे अंदर ही वो विकारां दा समुंदर है, जिन्हां ने साडे अंदर सानू माया के प्रभाव के अधीन रखन का जो है सिलसिला बनाया होया है। इन्हां विकारां के प्रभाव के अधीन ही असी कदी लोभ दे वस हो जाते हाँ, कदी हंकार दे वस हो जाते हाँ, कदी क्रोधित हो जाते हाँ, कदी मोह च जुड़ जाते हाँ, कदी हंकार की भावना च आ जाते हाँ। तो ये वो विकारां दियां लहरां दा भरिया होया समुंदर साडे अंदर ही है ते साडे अपने सुरत के अंदर ही, अपने अंदर ही इन्हां विकारां दे इस समुंदर नूं पार करना है। तो ये जो बार बार संसार समुंदर नूं पार करन दी गल आंदी है, ये कोई स्थूल पानी का समुंदर नहीं है, ये समुंदर है विकारां दी लहरां दा। और इस नूं पार करन दा ढंग की है, वो है गुरु दे उपदेश की कमाई करनी, होमे का त्याग करके, अपने आप नूं गुरु की सिक्ख्या दे समर्पित करके जो गुरु उपदेश करे उसे नूं ही अपने जीवन विच अपना लेना। तो फिर इंसान इन्हां विकारां का मुकाबला कर सकता है, इन्हां दे उत्ते फतेह हासिल कर सकता है। मानो उसने समुंदर पार करके ते पारला बन्ना, पारला किनारा प्राप्त कर लेंदा है, वो इन्हां तो उच्चा उठ जाता है। तो इस श्लोक के अंदर जो मेन सुनेहा है वो है गुरमुख बनन दा। गुरमुख गुरु के सन्मुख रहन वाला। सन्मुख रहन तो भाव की है, जिहड़ा गुरु के उपदेश नूं सुनदा है, मनदा है, विचारदा है ते फिर उहदे अनुसार उस उपदेश नूं अपने जीवन दे विच धारण करदा है। गुरमुख हसै, गुरमुख रोवै, जे गुरमुख करे साई भगत होवै, गुरमुख होवै सो करे विचार, गुरमुख नानक पावै पार। इस तरीके दे नाल वो गुरु के उपदेश की कमाई करदा होया इस विकारां रूपी संसार सागर तो पार होने का ढंग लभ लैंदा है, इस समुंदर नूं पार कर लैंदा है। अगला श्लोक नंबर 15। जिन्हां अंदर नाम निधान है, गुरबाणी विचार, इनके मुख सद उजले, तित सच्चै दरबार, तिन बहंदियां उठदियां कदे न विसरै, जे आप बख्शे करतार, नानक गुरमुख मिले ना विछुड़ै, जे मेले सिरजनहार। जिन्हां अंदर नाम निधान है, निधान का आखिरी अर्थ होंदा है खजाना। तो इत्थे नाम के विशेषण वजों लफज आया है निधान, नाम रूपी खजाना। तो किस नाम की गल हो रही है? उस प्रभु के नाम की गल जो नाम प्रभु के सारे गुणां नूं रिप्रजेंट करता है। सो जिन्हां अंदर नाम निधान, गुरबाणी विचार, गुरबाणी विचार, विचार के राणे नूं सियारी है, तो अर्थ बनते हैं गुरबाणी की विचार सबका। सो जिन्हां ने गुरबाणी की विचार नूं अपने हिरदे च वसा के प्रभु के नाम रूपी खजाने नूं अपने हिरदे विच टिका लिया है, जिन्हां दे हिरदे विच प्रभु के नाम का खजाना टिक गया है। किवें? गुरबाणी दे विच बार बार उपदेश ही यही है
ਕਿ ਆਪਣੇ ਸੁਰਤ ਨੂੰ, ਆਪਣੇ ਧਿਆਨ ਨੂੰ ਪ੍ਰਭੂ ਦੇ ਨਾਮ ਦੇ ਨਾਲ ਜੋੜਨਾ ਹੈ। ਉਸ ਨਾਮ ਰੂਪੀ ਖਜ਼ਾਨੇ ਨੂੰ ਆਪਣੀ ਸੁਰਤ ਵਿੱਚ ਟਿਕਾਣਾ ਹੈ। ਤੋ ਜਿਹੜੇ ਗੁਰਬਾਣੀ ਦੀ ਵਿਚਾਰ ਕਰਦੇ ਹਨ, ਸਹਿਜੇ ਹੀ ਉਹਨਾਂ ਦਾ ਧਿਆਨ ਪ੍ਰਭੂ ਦੇ ਨਾਮ, ਪ੍ਰਭੂ ਦੇ ਸਿਫਤਾਂ, ਪ੍ਰਭੂ ਦੀ ਵਡਿਆਈਆਂ ਦੇ ਨਾਲ ਜੁੜ ਜਾਂਦਾ ਹੈ। ਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਗੁਣ ਉਹਨਾਂ ਦੀ ਯਾਦ ਵਿੱਚ, ਉਹਨਾਂ ਦੀ ਸੁਰਤ ਵਿੱਚ ਵਸ ਜਾਂਦੇ ਹਨ। ਸੋ ਐਸੇ ਇਨਸਾਨਾਂ ਦੇ ਵਾਸਤੇ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿਨ ਕੇ ਮੁਖ ਸਦ ਉਜਲੇ, ਤਿਤ ਸੱਚਾ ਦਰਬਾਰ। ਤਿਤ ਸੱਚਾ ਦਰਬਾਰ, ਤਿਤ ਉਸ ਸੱਚਾ ਦਰਬਾਰ ਦਾ ਭਾਵ ਹੈ ਸੱਚੇ ਦਰਬਾਰ ਦੇ ਅੰਦਰ ਜਾਂ ਸੱਚੇ ਦਰਬਾਰ ਦੇ ਵਿੱਚ। तो ये सच्चा दरबार कित्थे है? बार बार फिर सानू वही गल रिपीट करनी पैंदी है कि ये कोई किसी बिल्डिंग च बनया होया दरबार, कोई कमरा या हाल नहीं है, कोई बहुत बड़ा महल नहीं है। ये दरबार है प्रभु की हजूरी, और ये हजूरी भी एबस्ट्रैक्ट ਦੀ ਭਾਵਨਾ ਦੇ ਵਿੱਚ ਹੀ ਹੈ। ਸਾਡੀ ਸੁਰਤ ਦੇ ਅੰਦਰ ਹੀ, ਸਾਡੇ ਹਿਰਦੇ ਦੇ ਅੰਦਰ ਹੀ, ਪ੍ਰਭੂ ਦੀ ਹਜ਼ੂਰੀ ਦੇ ਅੰਦਰ ਅਸੀਂ ਜਿਸਲੇ ਹਾਜ਼ਰ ਹੋ ਜਾਂਦੇ, ਆਪਣੇ ਆਪ ਨੂੰ ਆਪਣੇ ਪ੍ਰਭੂ ਦੇ ਹਜ਼ੂਰ ਵਿੱਚ ਮਹਿਸੂਸ ਕਰ ਲੈਂਦੇ ਹਾਂ। ਉਹੀ ਪ੍ਰਭੂ ਦਾ ਦਰਬਾਰ ਹੈ। ਉਹ ਤਿੰਨ ਕੇ ਮੁਖ ਸਦ ਉਜਲੇ, ਉਹਨਾਂ ਦੇ ਮੂੰਹ ਸਦ, ਸਦਾ ਭਾਵ ਹਮੇਸ਼ਾ, ਉਜਲੇ, ਉਜਲੇ ਤੋਂ ਭਾਵ ਹੁੰਦਾ ਹੈ ਸਾਫ ਸੋਹਣੇ। ਮੂੰਹ ਸੋਹਣਾ ਬੰਦੇ ਦਾ ਕਿਵੇਂ ਹੁੰਦਾ ਹੈ? ਜਿਸ ਬੰਦੇ ਦੀ ਸਮਾਜ ਦੇ ਅੰਦਰ ਇੱਜ਼ਤ ਹੋਵੇ, ਜਿਹਨੂੰ ਸਾਰੇ ਚੰਗਾ ਸਮਝਣ, ਜਿਹਦੇ ਅੰਦਰ ਕੋਈ ਖੋਟ ਨਾ ਹੋਵੇ, ਜਿਹਦੇ ਅੰਦਰ ਕੋਈ ਔਗਣ ਨਾ ਹੋਵੇ, ਤਾਂ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਦਾ ਤੇ ਨਾਮ ਬੜਾ ਰੋਸ਼ਨ ਹੈ, ਇਹਦਾ ਮੂੰਹ ਉਜਲਾ ਹੈ। ਤਾਂ ਇਹ ਸਿਰਫ ਇਡੀਓਮੈਟਿਕ ਐਕਸਪ੍ਰੈਸ਼ਨਸ ਹਨ, ਮੁਹਾਵਰੇ ਦੇ ਤੌਰ ਤੇ ਲਫ਼ਜ਼, ਇਹ ਫਰੇਜ਼ ਵਰਤੇ ਜਾਂਦੇ ਹਨ ਕਿ ਉਹਨਾਂ ਦੇ ਮੂੰਹ ਉਜਲੇ ਹਨ। ਹੋਰ ਕੋਈ ਇਹ ਕਿਸੇ ਸਾਬਣ ਦੀ ਜਾਂ ਕਿਸੇ ਹੋਰ ਸ਼ੈਂਪੂ ਦੀ ਜਾਂ ਕਿਸੇ ਹੋਰ ਵਾਸ਼ਿੰਗ ਦੀ ਕਿਸੇ ਚੀਜ਼ ਦੀ ਐਡਵਰਟਾਈਜ਼ਮੈਂਟ ਨਹੀਂ ਹੈ ਕਿ ਫਲਾਣੀ ਚੀਜ਼ ਨਾਲ ਮੂੰਹ ਧੋਵੋ ਤੇ ਤੁਹਾਡਾ ਮੂੰਹ ਉਜਲਾ ਰਹੇਗਾ। ਮੂੰਹ ਉਜਲੇ ਤੋਂ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਕੋਈ ਖੋਟ, ਕੋਈ ਕਮਜ਼ੋਰੀ, ਕੋਈ ਔਗਣ ਨਹੀਂ ਹੁੰਦਾ, ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਕਿੱਥੇ? ਉਸ ਪ੍ਰਭੂ ਦੇ ਦਰਬਾਰ ਦੇ ਅੰਦਰ। ਤੇ ਪ੍ਰਭੂ ਦਾ ਦਰਬਾਰ ਵੀ ਕੋਈ ਸਥੂਲ ਟਿਕਾਣਾ ਨਹੀਂ ਹੈ। ਭਾਵ ਇਹ ਹੈ ਕਿ ਜਿਨ੍ਹਾਂ ਪੈਰਾਮੀਟਰਸ ਦੇ ਆਧਾਰ ਦੇ ਉੱਤੇ, ਜਿਨ੍ਹਾਂ ਗੁਣਾਂ ਦੀ, ਜਿਸ ਕਸੌਟੀ ਦੇ ਉੱਤੇ ਮਨੁੱਖਾਂ ਦੇ ਕਿਰਦਾਰ ਦੀ, ਉਹਨਾਂ ਦੇ ਆਚਰਨ ਦੀ, ਉਹਨਾਂ ਦੇ ਜੀਵਨ ਦੀ ਪਰਖ ਕੀਤੀ ਜਾਂਦੀ ਹੈ, ਉਹਨਾਂ ਦੇ ਆਧਾਰ ਦੇ ਉੱਤੇ ਐਸੇ ਇਨਸਾਨ ਦੇ ਅੰਦਰੋਂ ਕੋਈ ਵੀ ਕਮਜ਼ੋਰੀ, ਕੋਈ ਔਗਣ, ਕੋਈ ਖੋਟ ਨਹੀਂ ਮਿਲਦਾ। ਤਾਂ ਐਸੇ ਇਨਸਾਨ ਦੇ ਵਾਸਤੇ ਫਿਰ ਕਿਹਾ ਜਾਂਦਾ ਹੈ ਕਿ ਉਸ ਦਾ ਮੁਖ ਉਜਲਾ ਹੈ। ਤਾਂ ਗੁਰੂ ਸਾਹਿਬ ਇੱਥੇ ਗੱਲ ਉਹਨਾਂ ਦੀ ਕਰ ਰਹੇ ਹਨ ਜਿਹੜੇ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਪ੍ਰਭੂ ਦੇ ਨਾਮ, ਪ੍ਰਭੂ ਦੀਆਂ ਵਡਿਆਈਆਂ, ਪ੍ਰਭੂ ਦੇ ਗੁਣਾਂ ਦੇ ਨਾਲ ਜੁੜੇ ਰਹਿੰਦੇ ਹਨ। ਤਾਂ ਉਹਨਾਂ ਦੇ ਮੁਖ ਪ੍ਰਭੂ ਦੇ ਦਰਬਾਰ ਦੇ ਵਿੱਚ ਹਮੇਸ਼ਾ ਹੀ ਉਜਲੇ ਹੁੰਦੇ ਹਨ, ਕਿਉਂਕਿ ਉਹਨਾਂ ਦਾ ਫਿਰ ਆਚਰਨ, ਉਹਨਾਂ ਦੇ ਜੀਵਨ ਦੇ ਕਿਰਦਾਰ ਦੀ ਘਾੜਤ ਘੜੀ ਜਾਂਦੀ ਹੈ ਗੁਰੂ ਦੀ ਬਾਣੀ ਦੇ ਅਨੁਸਾਰ, ਗੁਰੂ ਦੇ ਉਪਦੇਸ਼ ਦੇ ਅਨੁਸਾਰ। ਤਾਂ ਉਹਨਾਂ ਦਾ ਸਾਰਾ ਜੀਵਨ ਬੀਤਦਾ ਹੈ ਗੁਰੂ ਦੇ ਉਪਦੇਸ਼ ਦੀ ਗਾਈਡੈਂਸ ਦੇ ਅਧੀਨ। ਉਹ ਕੋਈ ਐਸਾ ਕਰਮ ਨਹੀਂ ਕਰਦੇ ਜਿਸ ਕੰਮ ਤੋਂ ਗੁਰਬਾਣੀ ਰੋਕਦੀ ਹੈ। ਐਸੇ ਹੀ ਕੰਮ ਉਹ ਕਰਦੇ ਹਨ ਜਿਨ੍ਹਾਂ ਕੰਮਾਂ ਵਾਸਤੇ ਗੁਰਬਾਣੀ ਪ੍ਰੇਰਨਾ ਕਰਦੀ ਹੈ। ਤਾਂ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੰਮ ਹੁੰਦਾ ਹੈ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨਾ। ਸੋ ਐਸੇ ਮਨੁੱਖਾਂ ਦੇ ਅੰਦਰ ਪ੍ਰਭੂ ਦੀ ਵਡਿਆਈਆਂ ਦੀ ਯਾਦ ਟਿਕੀ ਰਹਿੰਦੀ ਹੈ ਤੇ ਉਹ ਉਸੇ ਦੇ ਆਧਾਰ ਦੇ ਅਨੁਸਾਰ ਹੀ ਆਪਣੇ ਜੀਵਨ ਦੇ ਵਿੱਚ ਵੀ ਉਹਨਾਂ ਗੁਣਾਂ ਨੂੰ ਅਡਾਪਟ ਕਰਦੇ ਹਨ, ਉਹਨਾਂ ਦੇ ਮੁਤਾਬਕ ਹੀ ਆਪਣੇ ਆਚਰਨ ਦੀ ਘਾੜਤ ਘੜਦੇ ਹਨ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਾਸੋਂ ਕੋਈ ਵੀ ਵਿਕਾਰਾਂ ਦੇ ਅਧੀਨ ਕਰਮ ਨਹੀਂ ਹੁੰਦਾ। ਉਹ ਕੇਵਲ ਗੁਰਬਾਣੀ ਦੀ ਸੇਧ ਦੇ ਅਨੁਸਾਰ, ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਹੀ ਵਿਚਰਦੇ ਹਨ, ਕਰਮ ਕਰਦੇ ਹਨ। ਤੋ ਸਾਰੇ ਕਰਮ ਫਿਰ ਉਜਲੇ ਹੀ ਹੁੰਦੇ ਹਨ, ਪਾਪਾਂ ਤੋਂ ਰਹਿਤ ਹੁੰਦੇ ਹਨ, ਵਿਕਾਰਾਂ ਦੀ ਮਾਰ ਤੋਂ ਰਹਿਤ ਹੁੰਦੇ ਹਨ। ਤੇ ਇਸ ਕਰਕੇ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ ਜਿਸ ਕਸੌਟੀ ਦੇ ਨਾਲ ਮਨੁੱਖਾਂ ਦੀ ਫਿਰ ਪਰਖ ਕੀਤੀ ਜਾਂਦੀ ਹੈ, ਉਹਦੇ ਮੁਤਾਬਕ ਉਹ ਉਜਲੇ ਮੁਖ ਨਾਲ ਪਾਸ ਹੋ ਜਾਂਦੇ ਹਨ।
तिन के मुख सद उजले तित सच्चा दरबार। फिर उन्हों की अगे अवस्था किहो जी हुंदी है ਉਹਦੇ बारे फिर थोड़ा होर विस्तार सहित समझा रहे हैं कि तिन बहदियां उठदियां कदे ना विसरै जे आप बख्शे करतार। ये भाई इस उस करतार करता पुरख ने आप जिन्हां मनुखां दे उत्ते बख्शिश कीती हुंदी है ਉਹਨਾਂ ਨੂੰ ਬਹਿੰਦਿਆਂ ਉੱਠਦਿਆਂ ਭਾਵ हर समय कोई भी काम करदियां सारी जिंदगी दिन ਦੇ ਅੱਠੇ ਪਹਿਰ ਸਵਾਸ ਸਵਾਸ ਉਹਨਾਂ ਨੂੰ ਕਦੀ ਵੀ प्रभु का नाम विसरदा नहीं है, भुलदा नहीं है। ये वही गल है जिहड़ी भगत कबीर जी ने नामदेव और त्रिलोचन जी दे विच जिहड़ी वार्तालाप हुई सी उसनूं बयान करदियां होइयां बड़े संखेप रूप विच ओह गल प्रगट कीती सी कि नामा माया मोया कहे त्रिलोचन मीत काहे छिपो छाए लो राम न लावो चीत। ते अगले श्लोक के अंदर फिर नामदेव जी का जवाब उन्होंने अंकित किया सीगा कि नामा कहे त्रिलोचना मुखते राम संभाल हाथ पांव कर काम सब चीत निरंजन नाल। तो ये दो श्लोकों के अंदर बड़े संखेप के विच भगत कबीर जी ने नामदेव और त्रिलोचन जी के विच जो एक वार्तालाप हुई जिहदे विच त्रिलोचन जी ने नामदेव दे नूं कपड़े धोण दा कपड़े रंगण दा काम करदियां होइयां देख के ते ਇਹ ਇਤਰਾਜ਼ ਕੀਤਾ ਕਿ ਨਾਮਦੇਵ ਤਾਂ ਮਾਇਆ ਦੇ ਧੰਦੇ 'ਚ ਹੀ ਲੱਗਿਆ ਹੋਇਆ ਹੈ, ਕੱਪੜੇ ਕੋ ਰੰਗਣ ਦੇ ਕੰਮ 'ਚ ਲੱਗਿਆ ਹੋਇਆ ਹੈ, ਪ੍ਰਭੂ ਦਾ ਨਾਮ ਤਾਂ ਸਿਮਰਦਾ ਹੀ ਨਹੀਂ ਹੈ। ਤਾਂ ਨਾਮਦੇਵ ਜੀ ਦਾ ਜਵਾਬ ਸੀਗਾ ਕਿ ਅਸਲ ਪ੍ਰਭੂ ਦੀ ਯਾਦ ਵਿੱਚ ਰਹਿਣਾ ਉਹਦੇ ਵਿੱਚ ਕੰਮਕਾਰ ਕਰਨ ਨਾਲ ਜਿਹੜਾ ਹੈ ਕਿਸੇ ਤਰੀਕੇ ਵੀ ਰੁਕਾਵਟ ਨਹੀਂ ਬਣਦਾ। ਇਹ ਆਪਣੀ ਯਾਦ ਦੇ ਵਿੱਚ ਆਪਣੇ ਧਿਆਨ ਦੇ ਵਿੱਚ ਪ੍ਰਭੂ ਦੀ ਯਾਦ ਪ੍ਰਭੂ ਦਾ ਨਾਮ ਵਸਾਈ ਰੱਖੋ, ਹੱਥ ਪਾ ਨਾਲ ਸਰੀਰ ਦੇ ਦੁਨੀਆ ਦੇ ਕੰਮ ਕਰਦੇ ਰਹੋ ਤੇ ਪ੍ਰਭੂ ਦੇ ਨਾਮ ਨੂੰ ਯਾਦ ਨੂੰ ਹਿਰਦੇ 'ਚ ਵਸਾ ਕੇ ਰੱਖੋ। ਤੇ ਇਹੀ ਗੱਲ ਇਸ ਪੰਕਤੀ ਤੋਂ ਵੀ ਸਾਨੂੰ ਸੇਧ ਮਿਲਦੀ ਹੈ ਕਿ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ। ਚਾਹੇ ਬੈਠੇ ਹੋਵੋ ਤੇ ਚਾਹੇ ਉੱਠ ਕੇ ਕੋਈ ਕੰਮ ਕਰਦੇ ਹੋਵੋ, ਭਾਵ ਹਰ ਹਾਲ ਹਰ ਅਵਸਥਾ ਦੇ ਵਿੱਚ ਪੂਰਾ ਸਮਾਂ ਉਸ ਪ੍ਰਭੂ ਦੀ ਯਾਦ ਕਦੇ ਨਾ ਵਿਸਰੇ। पर यह अवस्था बनती उन्होंने है जे आप बख्शे करतार, जिन्हों के उत्ते वो करता पुरख प्रभु आप बख्शिश करता है। उन्होंने अठे पहर वो प्रभु चेते विच रहिंदा है, याद विच रहिंदा है। तो उन्होंने वास्ते फिर गुरु साहब फरमाते हैं नानक गुरमुख मिले ना विछड़े जे मेले सिरजनहार। वो गुरु वो मनुख जिहड़े हन गुरु के सन्मुख रहन वाले जिहड़े गुरबाणी के विचार के नाल अपना जीवन कटते हैं, वो गुरु के सन्मुख रहन वाले मनुख प्रभु नूं मिले हुए फिर कदी नहीं विछड़ते, क्योंकि उन्होंने जिंदगी का हर पल प्रभु की याद विच ही बीतता है। उन्होंने बहदियां उठदियां भी कदी प्रभु नहीं विसरदा, तो प्रभु नूं मिले हुए कदी विछड़ते नहीं हैं। पर ऐसे बंदियां दी ये अवस्था बनती उन्हां दी होई है जिन्हां दे उत्ते बख्शिश करतार दी हुंदी है, जिन्हां नूं उस सिरजनहार ने आप अपने नाल मेल लिया हुंदा है। ये बख्शिश करके सच्चे गुरु दे राही उन्हां दे जीवन की घाड़त ऐसी घड़ी जाती है कि वो उठदियां बहदियां अठे पहर ही प्रभु की याद दे विच जुड़े रहंदे हैं। तो नानक गुरमुख गुरु के सन्मुख रहन वाले मिले ना विछड़े, एक बार मिले हुए प्रभु तो मुड़ के नहीं विछड़ते। कौन जी मेले सिरजनहार, जिन्होंने उस सिरजनहार ने उस क्रिएटर ने उस करता पुरख ने आप अपने नाल मेल लिया हुंदा है। तो ये आपे मेलन वाली गल और प्रभु की बख्शिश की गल गुरबाणी विच बारंबार आती है। और इसकी वजह मेन यही है कि किसी समय भी इंसान के मन के विच ये हंकार की भावना ये होमे ना विच आ जाए कि मैं अपने उद्यम दे करके अपनी सियाणप दे नाल प्रभु की सिफत सलाह विच जुड़ लिया है। मैं गुरु की बाणी की विचार करके मैं गुरबाणी नूं अपने जीवन में धारण करके अपना जीवन उच्चा कर लिया है। तो ये जिथे मैं की भावना आएगी तो उत्थे सूक्ष्म रूप में हौमै जिहड़ी है वो अपना फिर प्रभाव इंसान के उत्ते बना लैंदी है, जो उहदे जीवन के अंदर होर विकारां नूं भी सद्दा देंदी है ते उहदे जीवन की गिरावट का कारण बन सकती है। तो इस हौमै तो बचन के वास्ते गुरबाणी च बारंबार इस मिलाप की अवस्था
ਦਾ ਕ੍ਰੈਡਿਟ ਜਿਹੜਾ ਹੈ ਉਹ ਪ੍ਰਭੂ ਦੀ ਬਖਸ਼ਿਸ਼ ਨੂੰ ਦਿੱਤਾ ਜਾਂਦਾ ਹੈ। ਜੇ ਆਪ ਬਖਸ਼ੇ ਕਰਤਾਰ, ਜੇ ਮੇਲੇ ਸਿਰਜਣਹਾਰ। ਇਸ ਭਾਵਨਾ ਦੇ ਜਿਹੜੇ ਬਚਨ ਹਨ ਗੁਰਬਾਣੀ ਵਿੱਚ ਬਾਰੰਬਾਰ ਸਾਨੂੰ ਪੜ੍ਹਨ ਨੂੰ ਮਿਲਦੇ ਹਨ ਕਿ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸ਼ੇ ਕਰਤਾਰ। ਨਾਨਕ ਗੁਰਮੁਖ ਮਿਲੇ ਨਾ ਵਿਛੜੈ, ਜੇ ਮੇਲੇ ਸਿਰਜਣਹਾਰ। ਤੋ ਇਹ ਪ੍ਰਭੂ ਦੀ ਬਖਸ਼ਿਸ਼ ਹੀ ਹੈ ਕਿ ਜਿਹੜੇ ਬੰਦੇ ਉਸ ਪ੍ਰਭੂ ਦੇ ਨਾਲ ਮਿਲ ਜਾਂਦੇ ਹਨ, ਜੁੜ ਜਾਂਦੇ ਹਨ, ਜਿਨ੍ਹਾਂ ਦੀ ਸੁਰਤ ਉਹਦੇ ਨਾਮ ਦੇ ਨਾਲ ਇਕਮਿਕ ਹੋ ਜਾਂਦੀ ਹੈ। ਅਗਲਾ ਸ਼ਲੋਕ ਨੰਬਰ 16। गुर पीरा की चाकरी महा करड़ी सुख सार। नदर करे जिस अपनी तिस लाए हेत प्यार। सतगुर की सेवा लगिया भौजल तरह संसार। मन चिंदिया फल पाएसी अंतर विवेक विचार। नानक सतगुर मिलिया प्रभ पाईऐ सब दुख निवारण हार। उन्हें श्लोक के अंदर जो पिछली पंक्तियां गल आई सी, जे आप बख्शे करतार, जे मेले सिरजनहार, उसे ही विचार नूं थोड़े होर डिटेल दे विच और दूसरे पक्ष तो एक्सप्लेन किया जा रहा है कि गुर पीरा की चाकरी महा करड़ी सुख सार। गुरु पीरां दी चाकरी, चाकरी तो भाव हुंदा है सेवा, उन्हां दी दसी हुई। चाकरी का आखिरी अर्थ हुंदा वैसे नौकरी। नौकर की करता है, जो मालिक हुक्म करता है वही करता है। तो गुरु पीरा ने कादी चाकरी करवानी है, उन्होंने तो प्रभु के नाम के नाल ही जोड़ना है। गुरु पीरां दी चाकरी गुरु का उपदेश की कमाई है। पर गुरु साहब इत्थे कह रहे हैं कि गुरु पीरां की चाकरी महा करड़ी, करड़ी तो भाव हुंदा है बड़ी औखी। सुख सार, सार का अर्थ हुंदा है श्रेष्ठ। वो है सुख देने वाली, श्रेष्ठ सुख देने वाली है, पर है बड़ी औखी है। गुर पीरां की चाकरी महाकरड़ी सुख सार। तो गुरु की दसी हुई जिहड़ी सेवा है तो बड़ा उत्तम आत्मक आनंद देने वाली, पर वो औखी बड़ी है। उन्हें क्यों औखी है? क्योंकि ये सेवा सब तो पहली गल जिहड़ी सिखांदी है वो है आपा समर्पण की भावना, अपनी होमे का त्याग करना। और ये काम मनुखों वास्ते सब तो ज्यादा मुश्किल है। दुनिया च कोई इंसान ऐसा नहीं है जिहड़ा इस गल नूं सहजे ही स्वीकार कर लवे कि भी मैनूं कुछ नहीं आंदा, मेरे सामने वाले नूं पता है ते मैं ਉਹਦੇ ਹੁਕਮ ਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲਵਾਂਗੀ। ਇਸ ਗੱਲ ਵਾਸਤੇ ਆਪਣੇ ਆਪ ਨੂੰ ਮਨਾਉਣਾ ਇਨਸਾਨ ਵਾਸਤੇ ਬਹੁਤ ਹੀ ਮੁਸ਼ਕਲ ਕੰਮ ਹੈ। ਮੂੰਹ ਜ਼ਬਾਨੀ ਇਹ ਗੱਲ ਕਹਿਣੀ ਸੌਖੀ ਹੋ ਸਕਦੀ ਹੈ, ਪਰ ਜੀਵਨ ਦੇ ਵਿੱਚ ਇਹ ਨਿਯਮ ਬਣ ਜਾਵੇ, ਇਹ ਜੀਵਨ ਦਾ ਢੰਗ ਬਣ ਜਾਵੇ ਕਿ ਜਿਸ ਨੂੰ ਗੁਰੂ ਸਵੀਕਾਰ ਕੀਤਾ ਹੈ ਉਹਦਾ ਹਰ ਹੁਕਮ खिड़े मत्थे प्रवान किया जाए, बिना किसी उटंकन दे, बिना किसी इतराज दे। इतिहास विचों सानू इस चीज़ की मिसाल गुरु अंगद पातशाह जदों भाई लहणे के रूप में गुरु नानक की शरण में आते हैं, 7 साल करतारपुर साहब उन्हों की शरण में रहिंदे हैं। वो सारा समा इस महाकरड़ी सुखसार चाकरी का मानो एक प्रैक्टिकल मिसाल है, पूरा उसका जिवें साडे सामने एक लैसन है जो भाई लहणा जी के जीवन के विचों सानू मिलता है। गुरु साहब का हर हुक्म उन्होंने बिना किसी इतराज के खिड़े मत्थे प्रवान किया। कई तरह के काम करने वास्ते गुरु साहब ने उन्होंने कहा जिहड़े आम हालातों के अंदर इंसान इतराज कर सकता है कि भाई ये करन दी की लोड़ है, इसका दूजा भी ढंग हो सकता है। पर भाई लहणा जी ने कभी भी इतराज नहीं किया।
ਆਸ ਪਾਸ ਈਵਨ ਗੁਰੂ ਸਾਹਿਬ ਜੀ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਆਲੋਚਨਾ ਕੀਤੀ ਕਿ ਤੁਸੀਂ ਇਹ ਕੀ ਕੰਮ ਇਹਨਾਂ ਕੋਲੋਂ ਕਰਵਾ ਰਹੇ ਹੋ, ਇਹ ਕੰਮ ਤਾਂ ਹੋਰ ਵੀ ਤਰੀਕੇ ਨਾਲ ਹੋ ਸਕਦੇ ਹਨ। ਪਰ ਭਾਈ ਲਹਿਣਾ ਜੀ ਨੇ ਕਦੀ ਵੀ ਕਿਸੇ ਗੱਲ ਦੇ ਉੱਤੇ ਇਤਰਾਜ਼ ਨਹੀਂ ਕੀਤਾ, ਚਾਹੇ ਉਹ ਖੇਤ ਵਿੱਚ ਧਾਨ ਦੀਆਂ ਜਿਹੜੀਆਂ ਕੰਦਲਾਂ ਜਗਾ ਜੋ ਵੀ ਨਦੀਨ ਕੱਢ ਕੇ ਜੋ ਫਸਲ ਸੀ ਜਿਹਦੇ ਵਿੱਚ ਪਾਣੀ ਚਿੱਕੜ ਰਲਿਆ ਹੋਇਆ ਉਹ ਉਹਨਾਂ ਦੇ ਸਿਰ ਦੇ ਉੱਤੇ ਰਖਵਾਇਆ, ਜਿਹਦੇ ਵਿੱਚ ਉਹ ਚਿੱਕੜ ਦੀਆਂ ਛਿੱਟਾਂ ਵਗ ਵਗ ਕੇ ਉਹਨਾਂ ਦੇ ਕੱਪੜਿਆਂ ਦੇ ਉੱਤੇ ਪੈਂਦੀਆਂ ਰਹੀਆਂ। ਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਇਹ ਹਾਲ ਦੇਖਿਆ ਤੇ ਉਹਨਾਂ ਨੂੰ ਪਤਾ ਸੀ ਕਿ ਭਾਈ ਲਹਿਣਾ ਜੀ ਤਾਂ ਇੱਕ ਬੜੇ ਸਰਦੇ ਪੁੱਜਦੇ ਪਰਿਵਾਰ ਦੇ ਵਿੱਚੋਂ ਆਏ ਹੋਏ ਹਨ, ਕੱਪੜੇ ਵੀ ਉਹਨਾਂ ਦੇ ਬੜੇ ਕੀਮਤੀ ਹਨ। ਤੇ ਉਹਨਾਂ ਦੇ ਕੱਪੜਿਆਂ ਦੇ ਉੱਤੇ ਜਦੋਂ ਇਹ ਚਿੱਕੜ ਦੀਆਂ ਛਿੱਟਾਂ ਪਈਆਂ ਉਹਨਾਂ ਨੇ ਵੇਖੀਆਂ ਤਾਂ ਉਹਨਾਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ਕਿ ਆਪਨੇ ਇਹ ਕੀ ਕੀਤਾ ਹੈ। ਉਹਨਾਂ ਦੇ ਇੰਨੇ ਸੋਹਣੇ ਚੰਗੇ ਕੀਮਤੀ ਵਸਤਰ ਜਿਹੜੇ ਨੇ ਉਹ ਚਿੱਕੜ ਨਾਲ ਖਰਾਬ ਹੋ ਗਏ ਨੇ, ਤੇ ਜ਼ਰੂਰ ਸੀ ਇਹਨਾਂ ਨੂੰ ਚੁਕਾਉਣਾ, ਕਿਸੇ ਹੋਰ ਨੂੰ ਚੁਕਾ ਲੈਂਦੇ। ਤਾਂ ਭਾਈ ਲਹਿਣਾ ਜੀ ਨੇ ਤਾਂ ਵੀ ਇਸ ਗੱਲ ਨੂੰ ਆਪਣਾ ਸੁਭਾਗ ਸਮਝਿਆ, ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕੀਤਾ, ਕੋਈ ਇਤਰਾਜ਼ ਨਹੀਂ ਕੀਤਾ। ਤੇ ਗੁਰੂ ਨਾਨਕ ਪਾਤਸ਼ਾਹ ਦਾ ਉਦੋਂ ਫਰਮਾਨ ਸੀ ਕਿ ਇਹ ਤੁਹਾਨੂੰ ਜੋ ਚਿੱਕੜ ਦੀਆਂ ਛਿੱਟਾਂ ਲੱਗ ਰਹੀਆਂ ਹਨ ਇਹ ਤਾਂ ਮਾਨੋ ਇਉਂ ਸਮਝੋ ਕਿ ਜਿਵੇਂ ਇਹ ਕੇਸਰ ਦੇ ਛਿੱਟੇ ਹਨ। ਉਹਦੇ ਅੰਦਰ ਵੀ ਇੱਕ ਭਾਵ ਸੀ ਕਿ ਜਿਸ ਜਿਸ ਗੱਲ ਨੂੰ ਪਰਖਣ ਵਾਸਤੇ ਇਹ ਹੁਕਮ ਦਿੱਤਾ ਗਿਆ ਹੈ, ਅਸਲ ਰਿਜ਼ਲਟ ਉਹ ਮੈਟਰ ਕਰਦਾ ਹੈ। ਇਹ ਫਰਕ ਨਹੀਂ ਪੈਂਦਾ ਕਿ ਕੱਪੜੇ ਥੋੜੇ ਜਿਹੇ ਮੈਲੇ ਹੋ ਗਏ ਹਨ, ਉਹ ਤਾਂ ਫਿਰ ਵੀ ਧੋਤੇ ਜਾਣਗੇ। ਪਰ ਜਿਸ ਇਮਤਿਹਾਨ ਚੋਂ ਭਾਈ ਲਹਿਣਾ ਜੀ ਪਾਸ ਹੋਏ ਹਨ, ਉਹਨਾਂ ਨੇ ਉਹਨਾਂ ਦੇ ਜੀਵਨ ਨੂੰ ਇੱਕ ਹੋਰ ਦਰਜਾ ਉੱਚਾ ਕਰ ਦਿੱਤਾ ਹੈ। ਇਸੇ ਤਰੀਕੇ ਹੀ ਰਾਤ ਵੇਲੇ ਦਰਿਆ ਤੇ ਜਾ ਕੇ ਭਰ ਸਰਦੀਆਂ ਦੇ ਮੌਸਮ ਦੇ ਵਿੱਚ ਕੱਪੜੇ ਧੋਣ ਵਾਸਤੇ ਹੁਕਮ ਦੇਣਾ, ਧਰਮਸਾਲ ਦੇ ਵਿੱਚ ਇੱਕ ਮਰੀ ਹੋਈ ਚੂਹੀ ਚੁੱਕਣ ਦਾ ਹੁਕਮ ਦੇਣਾ, ਚਿੱਕੜ ਦੇ ਵਿੱਚ ਕਟੋਰਾ ਡਿੱਗ ਪਿਆ, ਚਿੱਕੜ ਦੇ ਅੰਦਰ ਪਏ ਹੋਏ ਕਟੋਰੇ ਨੂੰ ਚੁੱਕ ਕੇ ਲਿਆਉਣ ਦਾ ਹੁਕਮ ਦੇਣਾ, ਇਹ ਸਾਰੀਆਂ ਗੱਲਾਂ ਪਹਿਲੇ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਆਖੀਆਂ, ਪਰ ਉਹਨਾਂ ਨੇ ਸਭ ਨੇ ਇਤਰਾਜ਼ ਕੀਤਾ ਔਰ ਨਾ ਕਰ ਦਿੱਤੀ। ਆਖੇ ਮਰੀ ਹੋਈ ਚੂਹੀ ਹੈ, ਇਹ ਤਾਂ ਕੂੜੇ ਚੁੱਕਣਗੇ, ਅਸੀਂ ਕਿਉਂ ਚੁੱਕਾਂਗੇ। ਜੇ ਚਿੱਕੜ 'ਚ ਕਟੋਰਾ ਡਿੱਗਿਆ ਸੀ ਅਗੇ ਪੁਰਾਣਾ ਕਟੋਰਾ ਹੈ, ਅਸੀਂ ਹੋਰ ਨਵਾਂ ਲੈ ਆਵਾਂਗੇ, ਇਹਨੂੰ ਚੁੱਕਣ ਦੀ ਕੀ ਲੋੜ ਹੈ। ਤਾਂ ਉਹਨਾਂ ਨੇ ਆਪਣੇ ਜੋ ਦੁਨੀਆਦਾਰੀ ਦੇ ਲੌਜਿਕ ਸੀ ਉਹ ਆਪਣੇ ਵੱਲੋਂ ਸਿਆਣਪ ਭਰਪੂਰ ਜਵਾਬ ਦਿੱਤੇ। ਆਮ ਦੁਨੀਆਦਾਰ ਨੂੰ ਲੱਗੇਗਾ ਵੀ ਠੀਕ ਹੀ ਜਵਾਬ ਦਿੱਤਾ ਹੈ, ਪੁਰਾਣਾ ਕਟੋਰਾ ਚਿੱਕੜ 'ਚ ਡਿੱਗ ਪਿਆ ਹੈ, ਡਿੱਗ ਪਿਆ ਤੇ ਡਿੱਗ ਪਿਆ, ਭੁੱਲ ਜਾਓ ਭਾਈ। ਪਰ ਗੁਰੂ ਸਾਹਿਬ ਨੂੰ ਕਟੋਰੇ ਦੀ ਕੀਮਤ ਦਾ ਪਰਵਾਹ ਨਹੀਂ ਸੀ, ਉਹਨਾਂ ਤੇ ਇਹ ਦੇਖਣਾ ਸੀਗਾ ਕਿ ਇਸ ਹਾਲਾਤ ਦੇ ਵਿੱਚ ਜੇ ਕੰਮ ਜਿਨ੍ਹਾਂ ਲੋਕਾਂ ਨੂੰ ਕਰਨੇ ਪੈਂਦੇ ਹਨ, ਐਸੇ ਕੰਮਾਂ ਨੂੰ ਐਕਸਪੀਰੀਅੰਸ ਕਰਨ ਵਾਸਤੇ ਇਹ ਸਰਦੇ ਪੁੱਜਦੇ ਪਰਿਵਾਰ ਦਾ ਜੀ ਭਾਈ ਲਹਿਣਾ ਇਹ ਕਰਨ ਨੂੰ ਰਾਜ਼ੀ ਹੁੰਦਾ ਹੈ ਕਿ ਨਹੀਂ ਹੁੰਦਾ। ਆਮ ਦੁਨੀਆ ਮਰੀ ਹੋਈ ਚੂਹੀ ਨੂੰ ਹੱਥ ਲਾਉਣਾ ਵੀ ਪਸੰਦ ਨਹੀਂ ਕਰਦੀ। ਕਮੀ ਕਮੀਨ ਚੂੜਿਆਂ ਨੂੰ ਇਹ ਕੰਮ ਦਿੱਤੇ ਜਾਂਦੇ ਸਨ, ਨੀਵੀਂ ਜਾਤ ਵਾਲਿਆਂ ਨੂੰ ਕੰਮ ਦਿੱਤੇ ਜਾਂਦੇ ਸਨ। ਪਰ ਭਾਈ ਲਹਿਣਾ ਜੀ ਨੂੰ ਇਹ ਕੰਮ ਕਰਨ ਵਾਸਤੇ ਹੁਕਮ ਕੀਤਾ ਗਿਆ ਔਰ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ, ਜ਼ਰਾ ਵੀ ਇਤਰਾਜ਼ ਨਹੀਂ ਕੀਤਾ। ਤਾਂ ਮੇਨ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਾਰੀ ਪਰਖ ਕਰਨ ਦਾ ਜੋ ਵਜ੍ਹਾ ਸੀ ਉਹ ਸੀ ਭਾਈ ਲਹਿਣਾ ਜੀ ਦੇ ਮਨ ਦੀ ਘਾੜਤ, ਜਿਹਦੇ ਅੰਦਰ ਇਨਸਾਨੀਅਤ ਦੀ ਬਰਾਬਰੀ, ਸਭ ਮਨੁੱਖਾਂ ਦੇ ਵਾਸਤੇ ਉਹਨਾਂ ਦੇ ਅੰਦਰ ਪ੍ਰਭੂ ਦੀ ਜੋਤ ਨੂੰ ਵੇਖਣਾ, ਸਭ ਨੂੰ ਇੱਕ ਸਮਾਨ ਸਮਝਣਾ ਕਿ ਐਸੀ ਅਵਸਥਾ ਉਹਨਾਂ ਦੀ ਤਿਆਰ ਹੋ ਗਈ ਹੈ ਕਿ ਨਹੀਂ ਹੋਈ। ਜਿਸ ਮਨੁੱਖ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸਾਰੀ ਮਨੁੱਖਤਾ ਨੂੰ ਗਾਈਡ ਕਰਨ ਦੀ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਸੀ, ਤਾਂ ਉਹ ਉਸਦੀ ਪਰਖ ਕਰ ਰਹੇ ਸਨ ਕਿ ਉਹਦੇ ਹਿਰਦੇ ਦੇ ਅੰਦਰ ਮਨੁੱਖਤਾ ਵਾਸਤੇ ਪਿਆਰ ਹੈ ਵੀ ਹੈ ਕਿ ਨਹੀਂ ਹੈ, ਕਿ ਉਹਦੇ ਅੰਦਰ ਵੀ ਦੁਨੀਆਦਾਰੀ ਵਾਲੇ ਇਹ ਸਾਰੇ ਵਿਤਕਰੇ ਹਨ ਕਿ ਨਹੀਂ ਹਨ। ਤਾਂ ਕੋਈ ਭਾਈ ਲਹਿਣਾ ਜੀ ਇਹਨਾਂ ਸਾਰੇ ਟੈਸਟਾਂ ਦੇ ਵਿੱਚ ਪਾਸ ਹੋਏ ਤੇ ਅੰਤ ਨੂੰ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦਾ ਜੋ ਵਾਰਿਸ ਥਾਪਿਆ ਗਿਆ। तो पर उन्होंने प्रैक्टिकली गुर पीरा की चाकरी जो सुख सार देने वाली है, जो महाकरड़ी है, उसकी कालना काल के एक प्रैक्टिकल एग्जाम्पल साढ़े सारिਆਂ ਦੇ सामने रख दी कि गुर पीरा की चाकरी महाकरड़ी सुख सार नदर करे जिस अपनी तिस लाए हेत प्यार। ਜਿਹਦੇ ਉੱਤੇ ਪ੍ਰਭੂ ਦੀ ਨਜ਼ਰ ਹੋ ਜਾਂਦੀ ਹੈ, ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ,
ਉਸੇ ਨੂੰ ਹੀ ਪ੍ਰਭੂ ਜਿਹੜਾ ਹੈ ਇਹ ਪਿਆਰ ਦੀ ਦਾਤ ਬਖਸ਼ਿਸ਼ ਕਰਦਾ। ਹੇਤ ਦਾ ਅਰਥ ਵੀ ਪਿਆਰ ਹੈ ਤੇ ਪਿਆਰ ਦਾ ਅਰਥ ਤਾਂ ਪਿਆਰ ਹੀ ਹੈ। ਤੋ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਪ੍ਰਭੂ ਜਿਹਦੇ ਉੱਤੇ ਬਖਸ਼ਿਸ਼ ਕਰਦਾ ਹੈ ਉਸੇ ਨੂੰ ਹੀ ਇਹ ਪਿਆਰ ਮਨੁੱਖਤਾ ਸਾਰੀ ਦੇ ਅੰਦਰੋਂ ਪ੍ਰਭੂ ਦੀ ਹੋਂਦ ਨੂੰ ਵੇਖਣ ਦਾ ਨਜ਼ਰੀਆ ਦਿੰਦਾ ਹੈ, ਸਾਰੀ ਮਨੁੱਖਤਾ ਨੂੰ ਪਿਆਰ ਕਰਨ ਦਾ ਜਜ਼ਬਾ ਦਿੰਦਾ ਹੈ। ਉਹੀ ਮਨੁੱਖਤਾ ਦੇ ਅੰਦਰੋਂ ਸਾਰੇ ਸਭ ਮਨੁੱਖਤਾ ਦੇ ਅੰਦਰ ਪ੍ਰਭੂ ਦੀ ਹੋਂਦ ਨੂੰ ਮੰਨ ਕੇ ਤੇ ਉਹਨਾਂ ਸਭ ਦੇ ਨਾਲ ਪਿਆਰ ਦਾ ਭਾਵ ਆਪਣੇ ਹਿਰਦੇ 'ਚ ਰੱਖ ਸਕਦਾ ਹੈ। ਸੋ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਪ੍ਰਭੂ ਆਪ ਹੀ ਬਖਸ਼ਿਸ਼ ਕਰਦਾ ਹੈ ਤਾਂ ਹੀ ਇਹ ਮਨੁੱਖਤਾ ਦੇ ਨਾਲ ਸਾਰੀ ਮਨੁੱਖਤਾ ਦੇ ਅੰਦਰੋਂ ਪ੍ਰਭੂ ਦੇ ਨਾਲ ਪਿਆਰ ਕਰਨ ਦੀ ਅਵਸਥਾ ਐਸੇ ਇਨਸਾਨ ਦੀ ਬਣਦੀ ਹੈ ਤੇ ਬਣਦੀ ਹੈ। ਸਤਿਗੁਰ ਕੀ ਸੇਵਾ ਲੱਗਿਆਂ ਭੌਜਲ ਤਰੈ ਸੰਸਾਰ। ਗੁਰੂ ਦੀ ਦੱਸੀ ਹੋਈ ਸੇਵਾ ਦੇ ਵਿੱਚ ਲੱਗਿਆਂ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾਂਦਾ ਹੈ। ਕਿਉਂ? ਕਿਉਂਕਿ ਬਹੁਤਾਤ ਦੁਨੀਆ ਤਾਂ ਇਸ ਭੌਜਲ ਦੇ ਅੰਦਰ ਡੁੱਬ ਹੀ ਜਾਂਦੀ ਹੈ, ਵਿਕਾਰਾਂ ਦੀ ਮਾਰ ਦੇ ਅਧੀਨ ਆ ਜਾਂਦੀ ਹੈ। ਪਰ ਜਿਹੜੇ ਸਤਿਗੁਰ ਦੀ ਦੱਸੀ ਹੋਈ ਜੀਵਨ ਜਾਚ ਨੂੰ ਅਪਣਾ ਲੈਂਦੇ ਹਨ, ਜਿਹੜੇ ਗੁਰ ਪੀਰਾਂ ਕੀ ਚਾਕਰੀ ਦੀ ਕਮਾਈ ਕਰ ਲੈਂਦੇ ਹਨ, ਜਿਹੜੇ ਸਤਿਗੁਰ ਦੀ ਸੇਵ ਲੱਗ ਜਾਂਦੇ ਹਨ, ਭਾਵ ਕੀ ਹੈ ਗੁਰੂ ਦੇ ਹਰ ਉਪਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਔਰ ਉਸ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਢਾਲ ਲੈਂਦੇ ਹਨ। ਸਤਿਗੁਰ ਕੀ ਸੇਵਾ ਲੱਗਿਆਂ ਭੌਜਲ ਤਰੈ ਸੰਸਾਰ। ਤੇ ਫਿਰ ਕੀ ਉਹਦਾ ਰਿਜ਼ਲਟ ਕੀ ਹੁੰਦਾ ਹੈ ਕਿ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। तो ऐसा इंसान मन इच्छत मन मंगी मुराद प्राप्त कर लेगा। इत्थे हुण मन मंगी मुराद तो सुनदियां सार ही ना आम दुनियादार दे मन विच इहो जांदा है कि भाई वाह वाह मौजां लग जाणगियां, जो मंगांगे मिल पेगा, कोठियां मंग लांगे, कारां मंग लांगे, होर धन पदार्थ मंग लांगे, होर सुख दे साधन मंग लांगे। पर इत्थे मन चिंदिया फल वो नहीं गल होनी। मन चिंदिया फल है प्रभु दे नाल मिलाप। ਸਾਰੀਆਂ ਦਾਤਾਂ ਜਿਹੜੀਆਂ ਦੁਨਿਆਵੀ ਵੀ ਹਨ ਉਹਨਾਂ ਦਾ ਵੀ ਦਾਤਾ ਤਾਂ ਉਹ ਪ੍ਰਭੂ ਹੀ ਹੈ। ਤੇ ਇੱਕ ਪ੍ਰਭੂ ਜਿਹਨੂੰ ਮਿਲ ਪਵੇ ਉਹਨੂੰ ਹੋਰ ਕਿਸੇ ਚੀਜ਼ ਦੀ ਕਮੀ ਕਦੀ ਰਹਿ ਹੀ ਨਹੀਂ ਸਕਦੀ। ਇਹ ਦੁਨੀਆਦਾਰ ਦੀ ਛੋਟੀ ਸੋਚ ਹੈ ਜਿਹੜਾ ਆਪਣੀ ਅਕਲ ਦੇ ਆਧਾਰ ਦੇ ਉੱਤੇ ਦੁਨਿਆਵੀ ਪਦਾਰਥਾਂ ਦੀ ਮੰਗ ਕਰਦਾ ਰਹਿੰਦਾ ਹੈ। ਪਰ ਜੇ ਇੱਕ ਪ੍ਰਭੂ ਨੂੰ ਮੰਗ ਲਿਆ ਜਾਵੇ ਤਾਂ ਸਾਰੀਆਂ ਮੰਗਾਂ ਉਹਦੇ ਅੰਦਰ ਹੀ ਸਮਾ ਜਾਂਦੀਆਂ ਹਨ, ਖਤਮ ਹੋ ਜਾਂਦੀਆਂ ਹਨ, ਸੈਟੀਸਫਾਈ ਹੋ ਜਾਂਦੀਆਂ ਹਨ। ਸੋ ਇਹ ਮਨ ਚਿੰਦਿਆ ਫਲ ਕੀ ਹੈ ਕਿ ਸਾਰੀਆਂ ਮੰਗਾਂ ਹੀ ਮੁੱਕ ਜਾਂਦੀਆਂ ਹਨ। ਕੋਈ ਦੁਨਿਆਵੀ ਪਦਾਰਥ ਦੀ ਕਿਸੇ ਹੋਰ ਚੀਜ਼ ਦੀ ਥੋੜ ਮਹਿਸੂਸ ਹੀ ਨਹੀਂ ਹੁੰਦੀ। ਬੰਦਾ ਮੰਗ ਕਿਸ ਚੀਜ਼ ਦੀ ਕਰਦਾ ਹੈ? ਜਿਸ ਚੀਜ਼ ਦੀ ਉਹਨੂੰ ਥੋੜ ਮਹਿਸੂਸ ਹੁੰਦੀ ਹੈ ਕਿ ਇਹ ਮੇਰੇ ਕੋਲ ਹੈ ਨਹੀਂ ਤੇ ਮੈਂ ਇਹਦੀ ਮੰਗ ਕਰ ਲਵਾਂ ਮੈਨੂੰ ਮਿਲ ਜਾਵੇ। ਤੇ ਜੇ ਉਹਨੂੰ ਸਭ ਕੁਝ ਹੀ ਜਿਹਦੇ ਕੋਲ ਹੋਵੇ ਉਹਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਹੁੰਦੀ। ਸੋ ਇਹ ਮਨ ਚਿੰਦਿਆ ਫਲ ਪਾਏ ਸੀ ਐਸੀ ਮਾਨਸਿਕ ਅਵਸਥਾ ਦੀ ਦਾਤ ਬਖਸ਼ਦਾ ਹੈ ਜਿੱਥੇ ਕਿਸੇ ਚੀਜ਼ ਦੀ ਥੋੜ ਹੀ ਮਹਿਸੂਸ ਨਹੀਂ ਹੁੰਦੀ। ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। और अंदर ਉਹਦੇ ऐसी उत्तम सोझी बन जाएगी ਜਿਹੜੀ हर चीज ਦੀ ठीक ਤੇ गलत ਦੀ परख ਕਰਨ ਦੇ ਲਾਇਕ ਹੁੰਦੀ ਹੈ। ਦੁਨੀਆਦਾਰ ਦੀ ਨਜ਼ਰ ਹਮੇਸ਼ਾ ਮਾਇਆ ਦੇ ਐਂਗਲ ਤੋਂ ਹੀ ਹਰ ਕੰਮ ਨੂੰ ਪਰਖਦੀ ਹੈ। ਕਿਤੇ ਨਾਲ ਦੋਸਤੀ ਕਰਨੀ ਹੈ, ਕਿਤੇ ਨਾਲ ਰਿਸ਼ਤੇਦਾਰੀ ਗੰਢਣੀ ਹੈ, ਕਿਤੇ ਨਾਲ ਕੋਲੋਂ ਕੰਮ ਕਢਾਉਣ ਵਾਸਤੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਨ, ਉਹ ਸਾਰੇ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦੇ ਅਧੀਨ ਹੀ ਬੰਦੇ ਦੇ ਸੋਚ ਵਿਚਾਰ ਕੰਮ ਕਰਦੀ ਹੈ। पर जो गुरु के सन्मुख है, जो गुरु की सेवा च लग्या हुंदा, सतगुर की सेवा लग्या मन चिंदिया फल पाए सी अंतर विवेक विचार। ਉਹਦੀ विचार जिहड़ी है वो विवेक के आधारित हुंदी है, जो सही अर्थां दे विच चंगे और माड़े ठीक और गलत की परख करती है। ऐसी बख्शिश मिलती है सतगुर की सेवा लग्या मन चिंदिया फल पाए सी अंतर विवेक विचार। अंतली पंक्ति फिर गुरु साहब फरमाते हैं नानक सतगुर मिलिया प्रभ पाई है सब दुख निवारण। ये भाई जे गुरु मिल पवे तां वो प्रभु भी मिल पैंदा है। नानक सतगुर मिलिया प्रभ पाई है। उन्हें बड़ी आश्चर्य खेड़ है, गुरबाणी च बार बार यही गल आती है कि प्रभु बख्शिश करके सच्चे गुरु के नाल मिलाप करांदा है। ये बाणी जो गुरु की सिक्ख्या है
ਉਹ ਬਾਰ-ਬਾਰ ਸਾਨੂੰ ਇਹ ਗੱਲ ਚੇਤੇ ਕਰਾਉਂਦੀ ਹੈ ਕਿ ਸਤਿਗੁਰ ਨੂੰ ਮਿਲਣ ਦੇ ਨਾਲ ਹੀ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਕਿਉਂਕਿ ਗੁਰੂ ਦਾ ਉਪਦੇਸ਼ ਹੈ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨਾ, ਪ੍ਰਭੂ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ, ਪ੍ਰਭੂ ਦੀ ਵਡਿਆਈਆਂ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਣੀ। ਸੋ ਪ੍ਰਭੂ ਦੀ ਬਖਸ਼ਿਸ਼ ਸਦਕਾ ਪੂਰਾ ਗੁਰੂ ਮਿਲਦਾ ਹੈ। ਪੂਰਾ ਗੁਰੂ ਪ੍ਰਭੂ ਦੀ ਵਡਿਆਈਆਂ ਦੇ ਨਾਲ ਸਾਂਝ ਪਾਉਂਦਾ ਹੈ ਤੇ ਉਹੀ ਰਸਤਾ ਹੈ, ਉਹ ਸਿਫਤ ਸਲਾਹ ਦੀ ਜਿਹੜੀ ਜਾਂਚ ਹੈ, ਉਹੀ ਪ੍ਰਭੂ ਦੇ ਨਾਲ ਮੇਲ ਕਰਾਉਣ ਦੇ ਵਿੱਚ ਸਹਾਈ ਹੁੰਦੀ ਹੈ। ਤੋ ਇਸ ਲਈ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ। ਦੁੱਖ ਹੁੰਦੇ ਕਿਉਂ ਹਨ? ਦੁੱਖ ਹੁੰਦੇ ਹਨ ਚੀਜ਼ਾਂ ਦੀ ਕਮੀ ਕਰਕੇ। ਇਨਸਾਨ ਦੁਨੀਆਦਾਰ ਦੁਖੀ ਕਿਉਂ ਹੁੰਦਾ ਹੈ ਕਿ ਮੈਂ ਕੋਈ ਚੀਜ਼ ਲੈਣੀ ਚਾਹੁੰਦਾ ਹਾਂ, ਮੈਨੂੰ ਕੋਈ ਚੀਜ਼ ਮਿਲਣੀ ਚਾਹੀਦੀ ਸੀ, ਉਹ ਮਿਲੀ ਨਹੀਂ। ਮੈਨੂੰ ਚੰਗੀ ਸਿਹਤ ਚਾਹੀਦੀ ਸੀ, ਮੇਰੀ ਸਿਹਤ ਖਰਾਬ ਹੋ ਗਈ, ਮੈਂ ਦੁਖੀ ਹੋ ਗਿਆ। ਮੈਨੂੰ ਔਲਾਦ ਚਾਹੀਦੀ ਸੀ, ਔਲਾਦ ਨਹੀਂ ਹੋ ਰਹੀ, ਮੈਂ ਦੁਖੀ ਹੋ ਗਿਆ। ਮੇਰੇ ਕੋਲ ਧਨ ਪਦਾਰਥ ਹੋਣਾ ਚਾਹੀਦਾ ਸੀ, ਉਹ ਨਹੀਂ ਮਿਲਿਆ, ਮੈਂ ਦੁਖੀ ਹੋ ਗਿਆ। ਮੈਨੂੰ ਹੋਰ ਸਰੀਰਕ ਸੁੱਖ ਦੇ ਸਾਧਨ ਚਾਹੀਦੇ ਸੀ, ਉਹ ਨਹੀਂ ਮਿਲੇ, ਮੈਂ ਦੁਖੀ ਹੋ ਗਿਆ। ਤਾਂ ਦੁੱਖ ਦਾ ਮੂਲ ਹੈ ਕਮੀ, ਅਣਹੋਂਦ। ਜਿਸ ਚੀਜ਼ ਦੀ ਬੰਦੇ ਦੇ ਸੋਚ ਦੇ ਵਿੱਚ ਕਮੀ ਹੁੰਦੀ ਹੈ, ਉਹਦੇ ਵਾਸਤੇ ਦੁੱਖਾਂ ਦਾ ਕਾਰਨ ਬਣਦਾ ਹੈ। ਤੇ ਜਿਸ ਨੂੰ ਮਨ ਚਿੰਦਿਆ ਫਲ ਪ੍ਰਾਪਤ ਹੋ ਜਾਵੇ, ਜਿਹਦੀਆਂ ਸਾਰੀਆਂ ਲੋੜਾਂ, ਸਾਰੀਆਂ ਥੋੜਾਂ ਖਤਮ ਹੋ ਜਾਣ, ਜਿਸ ਨੂੰ ਕਿਸੇ ਚੀਜ਼ ਦੀ ਕਮੀ ਹੀ ਮਹਿਸੂਸ ਨਾ ਹੋਏ, ਤਾਂ ਫਿਰ ਉਹਨੂੰ ਦੁੱਖ ਕਿੱਥੋਂ ਹੋਏਗਾ? ਉਹ ਸਤਿਗੁਰ ਨੂੰ ਮਿਲਣ ਦੇ ਨਾਲ, ਸਤਿਗੁਰ ਦੀ ਸਿੱਖਿਆ ਪ੍ਰਭੂ ਦੀ ਸਿਫਤਾਂ ਦੇ ਨਾਲ ਜੋੜਦੀ ਹੈ, ਪ੍ਰਭੂ ਦੀ ਵਡਿਆਈਆਂ ਦੇ ਨਾਲ ਜੋੜਦੀ ਹੈ। ਪ੍ਰਭੂ ਦੀ ਵਡਿਆਈਆਂ ਦੇ ਨਾਲ ਜਿਹੜੀ ਸਾਂਝ ਪੈ ਜਾਂਦੀ ਹੈ, ਉਹਦੇ ਅੰਦਰ ਸੁਭਾਵਕ ਹੀ ਪ੍ਰਭੂ ਵਾਲੇ ਗੁਣ ਆ ਜਾਂਦੇ ਹਨ। ਸਬਰ ਸੰਤੋਖ ਵੀ ਆ ਜਾਂਦਾ ਹੈ, ਸ਼ੁਕਰਾਨੇ ਦੀ ਬਿਰਤੀ ਵੀ ਬਣ ਜਾਂਦੀ ਹੈ। ਐਸੇ ਇਨਸਾਨ ਨੂੰ ਫਿਰ ਕਿਸੇ ਚੀਜ਼ ਦੀ ਥੋੜ ਮਹਿਸੂਸ ਨਹੀਂ ਹੁੰਦੀ। ਜਦੋਂ ਥੋੜ ਨਹੀਂ ਹੈ ਤਾਂ ਫਿਰ ਦੁੱਖ ਵੀ ਨਹੀਂ ਹੈ। ਸੋ ਮਨ ਚਿੰਦਿਆ ਫਲ ਪਾਏ ਸੀ, ਅੰਤਰ ਵਿਵੇਕ ਵਿਚਾਰ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ। ਸੋ ਇਹ ਹੈ ਤਾਂ ਬੜੀ ਔਖੀ ਹੈ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਪਰ ਹੈ ਸੁਖ ਸਾਰ ਹੈ। श्रेष्ठ सुख देने वाली है, आत्मक आनंद देने वाली है। ऐसा आनंद जिहड़ा एक बार प्राप्त हो जाए तो मुड़ के फिर उस तो विछोड़ा नहीं हुंदा। सब दुख निवारण हार है। मिलता किवें है? नदर करे जिस अपनी, जिस लाए हेत प्यार। उसे इंसान का ही प्रभु नाल प्यार बनता है, जिहदे उत्ते प्रभु की बख्शिश हुंदी है। प्रभु की बख्शिश की निशानी है सच्चे गुरु का मिलाप। उस मिलाप का सदका सतगुरु की सेवा लगिया भौजल तरह संसार, मन चिंदिया फल पाए सी अंतर विवेक विचार। जिहड़े सतगुरु की वो करड़ी चाकरी कर लेंदे हन, वो इस भौजल तो तर जाते हैं। उन्होंने श्रेष्ठ सुख रूपी मन चिंदिया फल और प्रभु का नाम मिल जाता है। उन्होंने अंदर विवेक बुद्धि की दात आ जाती है। उन्होंने समझ आ जाती है कि प्रभु पासों मंगन वास्ते प्रभु का नाम ही है। दुनियावी सुख मंगने, दुनियावी लोड़ां की पूर्ति करनियां बड़ियां छोटियां जिहियां गल्लां हन। प्रभु की याद, प्रभु का नाम जिहदा हिरदे च वस जाता है, उहदियां सारियां लोड़ां, सारियां थोड़ां मुक जांदियां हन। तो नानक सतगुर मिलिया प्रभ पाईए सब दुख निवारण हार। तो उसके जीवन चों सारे दुख निवृत्त हो जाते हैं, नष्ट हो जाते हैं, मुक जाते हैं। लोड़ सिर्फ है अपने आप ਨੂੰ ਗੁਰੂ ਦੇ ਹੁਕਮ ਦੇ ਅੱਗੇ ਸਮਰਪਣ ਕਰਨ ਦੀ। ਇਸੇ ਕਰਕੇ ਇਸ ਨੂੰ ਮਹਾ ਕਰੜੀ ਕਿਹਾ ਗਿਆ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ। ਪਰ ਸਾਡੇ ਸਾਹਮਣੇ ਮਿਸਾਲ ਮੌਜੂਦ ਹੈ ਗੁਰਸਿੱਖਾਂ ਦੀ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਖਿਹੜੇ ਮੱਥੇ ਪ੍ਰਵਾਨ ਕੀਤਾ, ਜਿਨ੍ਹਾਂ ਨੇ ਗੁਰੂ ਦੀ ਇੱਕ ਮੰਗ ਦੇ ਜਵਾਬ ਵਜੋਂ ਆਪਣੇ ਆਪ ਨੂੰ, ਆਪਣੇ ਸੀਸ ਵੀ ਭੇਟ ਕਰ ਦਿੱਤੇ, अपना सब कुछ कुर्बान कर दिता। ये गुरु की अपनी बख्शिश सी कि उन्होंने गुरु ने अपने प्यारे बना लिया। पर एक बारी तो उन्होंने संगत च बैठिया होया तो तलवार चलन की आवाज़ भी सुनी सी, खून की धार भी वगदी वेखी सी। उसके बावजूद भी अपने आप को उन्होंने अपना सीस भेंट किया गुरु के अगे। तो गुरु के अगे आपा समर्पण करना यही सब तो वड्डा करड़ा काम है। जिहड़ा ये कर जाता है
ਉਸਦੇ ਹਿਰਦੇ 'ਚ ਪ੍ਰਭੂ ਦਾ ਪਿਆਰ ਵਸ ਜਾਂਦਾ ਹੈ। ਉਹਦੀਆਂ ਲੋੜਾਂ ਥੋੜਾ ਮੁੱਕ ਜਾਂਦੀਆਂ ਹਨ। ਉਹਦੇ ਜੀਵਨ 'ਚੋਂ ਸਾਰੇ ਦੁੱਖ ਮੁੱਕ ਜਾਂਦੇ ਹਨ ਤੇ ਸਤਿਗੁਰ ਦੀ ਸਿੱਖਿਆ ਸਦਕਾ ਪ੍ਰਭੂ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਨਾਨਕ ਸਤਿਗੁਰ ਮਿਲਿਆ, ਪ੍ਰਭ ਪਾਈਐ, ਸਭ ਦੁੱਖ ਨਿਵਾਰਨਹਾਰ। ਪ੍ਰਭੂ ਪ੍ਰਾਪਤ ਹੁੰਦਾ ਹੈ ਤੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।